ओ से जन सदा करहैं, जिनको आपे दे बुझाए। वाह वाह करतिਆਂ मन निर्मल होवै, हूँ मैं विचों जाए। वाह वाह से जन सदा करहैं, जिनको आपे दे बुझाए। वाह वाह करतिਆਂ मन निर्मल होवै, हूँ मैं विचों जाए। वाहो वाहो गुर सिख जो नित करੈ, सो मन चिंदिया फल पाए। वाहो वाहो करੈ से जन सोहणे, हर तिन कै संग मिलाए। वाहो वाहो हृदय उच्चरा, मुखों भी वाहो वाहो करयो। नाथ वाहो वाहो जो करहैं, हूँ तन मन तिनको देओ। महला तीजा। वाहो वाहो साहिब सच है, अमृत जा का नाओ। जिन सेविया तिन फल पाया, हूँ तिन बलिहार जाऊं। वाह वाहो गुणी निधान है, जिसनो दे सो खाए। वाहो वाहो जल थल भरपूर है, गुरमुख पाया जाए। वाहो वाहो गुर सिख नित सब करहो, गुर पूरे वाहो वाहो भावै। नानक वाहो वाहो जो मन चित करੈ, तिन जम कंकर नेड़ नावै। पौड़ी। हर जियो सच्चा सच है, सच्ची गुरबाणी। सतगुर ते सच पछाणीਐ, सच सहज समाणी। आन दिन जागै ना सवै, जागत रैन विहाणी। गुरमति हर रस चाखिया, से पुन प्राणी। बिन गुर किने ना पायो, पच मुए अजानी। गुरमति हर रस चाखिया, से पुन प्राणी। बिन गुर किने ना पायो, पच मुए अजानी। सतगुਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਰਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 515 ਅੰਗ ਤੇ ਸੁਭਾਇਮਾਨ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ, ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਤੀਜੀ ਜੋਤ
ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਗੁਜਰੀ ਵਿੱਚ ਅੰਕਿਤ ਕੀਤਾ ਹੈ, ਜੋ ਭਗਤੀ ਦੇ ਭਾਵਨਾ ਦਾ ਰਾਗ ਹੈ, ਹਿਰਦੇ ਦੀਆਂ ਗਹਿਰਾਈਆਂ ਨੂੰ ਟੁੰਘਦਾ ਹੈ। ਵਾਹੋ ਵਾਹੋ ਸੇ ਜਨ ਸਦਾ ਕਰੈ, ਜਿਨ ਕੋ ਆਪੇ ਦੇ ਬੁਝਾਏ। ਵਾਹੋ ਵਾਹੋ ਦਾ ਭਾਵ ਉਸ ਵਾਹਿਗੁਰੂ ਦੀ ਸਿਫਤ ਤੇ ਸਲਾਹ ਕਰਨੀ। ਕੰਮ ਸੌਖਾ ਨਹੀਂ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਮਝਾ ਦਿੰਦਾ ਭਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਕੇ, ਸਿਫਤ ਸਲਾਹ ਕਰਕੇ ਮਨ ਨਿਰਮਲ ਹੋ ਜਾਂਦਾ, ਹਉਮੈ ਦੂਰ ਹੋ ਜਾਂਦੀ ਹੈ। ਹਉਮੈ ਜੋ ਸਾਡੇ ਕਰਤੇ ਤੇ ਸਾਡੇ ਵਿੱਚ ਵੱਡੀ ਕੰਧ ਆ, ਬਜਰ ਕਪਾਟ, ਉਹ ਢਹਿ ਜਾਂਦਾ ਤੇ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਫਿਰ ਉਹ ਦਿਨ ਤੇ ਰਾਤ ਵਾਹੋ ਵਾਹੋ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਨੇ। ਪਰ ਹਰ ਇੱਕ ਦਾ ਵਸ ਨਹੀਂ। ਮਾਰੇ ਕਹਿੰਦੇ ਮੂੰਹੋਂ ਵਾਹੋ ਵਾਹੋ ਕਰਨਾ ਚੰਗੀ ਗੱਲ ਆ ਤੇ ਕਰਨਾ ਚਾਹੀਦਾ। ਸ਼ੁਰੂਆਤ ਵੀ ਮੂੰਹ ਨਾਲੋਂ ਵਾਹੋ ਵਾਹੋ ਕਰਨ ਤੋਂ ਹੁੰਦੀ ਹੈ। ਫਿਰ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਫਰਮਾਉਂਦੇ ਹਨ, ਵਾਹੋ ਵਾਹੋ ਹਿਰਦੈ ਉਚਰਾ, ਮੁਖੋਂ ਵੀ ਵਾਹੋ ਵਾਹੋ ਕਰਿਓ। ਮੂੰਹੋਂ ਤੇ ਵਾਹੋ ਵਾਹੋ ਕਰਦਾ ਹੀ ਆ, ਪਰ ਹਿਰਦਾ ਵੀ ਵਾਹੋ ਵਾਹੋ ਕਰੇ, ਹਿਰਦੇ ਦੇ ਵਿੱਚ ਵੀ ਉਸਤਤ ਹੋਏ। ਜਿੱਦਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਉਸਤਤ ਮਨ ਮਹਿ ਕਰ ਨਿਰੰਕਾਰ। ਆਪਣੇ ਮਨ ਦੇ ਵਿੱਚ ਗੱਲ ਜਿਹੜੀ ਸਾਰੀ ਮੁੱਕਦੀ ਹੈ, ਮਨ ਤੇ ਮੁੱਕਦੀ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਮੂੰਹ ਤੋਂ ਉਚਾਰਿਆ ਹੋਇਆ ਵਾਹੋ ਵਾਹਿਗੁਰੂ ਤਾਂ ਪ੍ਰਵਾਨ ਹੋਏਗਾ ਜੇ ਤੇਰਾ ਮਨ ਵਾਹੋ ਕਰੇਗਾ। ਮਨ ਦਾ ਕਿਹਾ ਹੋਇਆ ਵਾਹੋ ਤਾਂ ਪ੍ਰਵਾਨ ਹੈ ਜੇ ਤੇਰੇ ਕਰਮ ਜਿਹੜੇ ਨੇ ਉਹ ਸਤ ਤੇ ਆਧਾਰ ਹੋਣਗੇ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਤੇਰਾ ਜਿਹੜਾ ਵਿਵਹਾਰ ਹੈ, ਭਾਵ ਲੋਕਾਂ ਨਾਲ ਵਰਤਾਓ, ਤੇਰੇ ਮਨ ਦਾ ਸੁਭਾਅ ਉਹਦੇ 'ਚ ਸੱਚ ਹੋਏ। ਪੌੜੀ ਦੇ ਵਿੱਚ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਉਹ ਮਨ ਦੀ ਅਵਸਥਾ ਕਿਸ ਤਰ੍ਹਾਂ ਬਣਦੀ ਹੈ, ਕਿਉਂਕਿ ਪੌੜੀ ਦੇ ਵਿੱਚ ਸਾਰੇ ਸ਼ਬਦ ਦਾ ਭਾਵ ਸਤਿਗੁਰਾਂ ਨੇ ਰੱਖਿਆ। ਪੌੜੀ, ਹਰਿ ਜੀਓ ਸੱਚਾ ਸੱਚ ਹੈ, ਸੱਚੀ ਗੁਰਬਾਣੀ। ਅਕਾਲ ਪੁਰਖ ਵਾਹਿਗੁਰੂ ਸੱਚ ਨੇ, ਸੱਚਾਂ ਦੇ ਵਿੱਚੋਂ ਸੱਚ। ਤੇ ਅਕਾਲ ਪੁਰਖ ਵਾਹਿਗੁਰੂ ਦੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚੀ ਹੈ। ਜੋ ਪ੍ਰਾਪਤ ਹੋਣਾ, ਜੋ ਮਨ ਦੀ ਅਵਸਥਾ ਬਣਨੀ ਹੈ, ਜਿਹਦੇ ਵਿੱਚ ਮਨ 24 ਘੰਟੇ ਵਾਹਿਗੁਰੂ ਦੀ ਉਸਤਤ ਕਰੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਅਮਲ ਕਰਕੇ ਉਹ ਅਵਸਥਾ ਬਣਨੀ ਹੈ। ਸਤਿਗੁਰ ਤੇ ਸੱਚ ਪਛਾਣੀਐ, ਸੱਚ ਸਹਿਜ ਸਮਾਣੀ। ਸਤਿਗੁਰੂ ਤੋਂ ਸੱਚ ਦੀ ਪਛਾਣ ਹੁੰਦੀ ਹੈ, ਕਿਉਂਕਿ ਦੁਨੀਆ ਦੇ ਵਿੱਚ ਸਾਰੇ ਕਹਿੰਦੇ ਆ ਭਈ ਕੋਈ ਗੱਲ ਨਹੀਂ, ਇਹ ਕੰਮ ਕਰ ਲਓ, ਉਹ ਫਲਾਣਾ ਕੰਮ ਕਰ ਲਓ, ਸੱਚ ਹੀ ਹੈ, ਠੀਕ ਆ, ਪ੍ਰਮਾਣ ਆ। ਪਰ ਜਿਹੜਾ ਅਸਲ ਦੇ ਵਿੱਚ ਸੱਚ, ਉਹਦੀ ਪਹਿਚਾਣ ਗੁਰਬਾਣੀ ਤੋਂ ਹੁੰਦੀ ਹੈ। ਤਾਂ ਹੀ ਗੁਰੂ ਮਹਾਰਾਜ ਨੇ ਕਿਹਾ ਵੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜਾ ਭਗਤ ਹੈ ਤੇ ਇੱਕ ਸੰਸਾਰੀ ਮਨੁੱਖ ਹੈ, ਉਹਨਾਂ ਦਾ ਆਪਸ ਦੇ ਵਿੱਚ ਜੋੜ ਨਹੀਂ ਆਉਂਦਾ, ਭਾਵ ਸੋਚ ਨਹੀਂ ਉਹਨਾਂ ਦੀ ਮਿਲਦੀ ਨਹੀਂ। ਭਗਤਾਂ ਕੀ ਚਾਲ ਨਿਰਾਲੀ,
ਚਾਲਾ ਨਿਰਾਲੀ ਭਗਤਾਂ ਕੇਰੀ ਬਿਖੰਗ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬੋਹਤ ਨਹੀਂ ਬੋਲਣਾ। ਭਗਤਾਂ ਦੀ ਨਿਸ਼ਾਨੀ ਦੇਖੋ, ਇੰਨਾ ਬਿਖਮ ਰਸਤਾ ਸਾਧ ਸੰਗਤ ਜੀ ਵਾਹੋ ਵਾਹੋ ਕਰਨ ਦਾ, ਉਹ ਅਵਸਥਾ ਪੈਦਾ ਕਰਨ ਦਾ। ਮਹਾਰਾਜ ਕਹਿੰਦੇ ਭਗਤ ਬਣਨਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਹ ਸਾਰੇ ਕੰਮ ਛੱਡ ਕੇ ਬਹੁਤ ਨਹੀਂ ਬੋਲਣਾ, ਤੇ ਬੋਲਣਾ ਘੱਟ ਆ। ਖਣਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਭਗਤਾਂ ਦੀ ਚਾਲ ਹੀ ਅਲੱਗ ਆ, ਜੁਗਾਂ ਜੁਗਾਂ ਤੋਂ ਨਿਰਾਲੀ ਚਾਲ ਆ। ਜਿਹੜੇ ਭਗਤ ਨੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਨੇ, ਉਹਨਾਂ ਨੂੰ ਸੱਚ ਬੋਲਣ ਦੇ ਵਿੱਚ ਕੋਈ ਜ਼ੋਰ ਨਹੀਂ ਲੱਗਦਾ। ਕਈ ਵਾਰੀ ਸਾਧ ਸੰਗਤ ਜੀ ਕਿਸੇ ਨਾਲ ਵਰਤਾਅ ਕਰਨਾ ਪੈਂਦਾ, ਬੰਦਾ ਧੱਕੇ ਦੇ ਨਾਲ ਆਪਣੇ ਮੂੰਹ ਤੇ ਮੁਸਕਾਨ ਲਿਆਂਦਾ ਵੀ ਹਾਂਜੀ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ, ਪਰ ਅੰਦਰੋਂ ਦੁਖੀ ਹੁੰਦਾ। ਉਹ ਸਹਿਜ ਅਵਸਥਾ ਨਹੀਂ। ਉਹ ਮੇਰਾ ਇੱਕ ਦੋਸਤ ਸੀ, ਹਵਾਈ ਜਹਾਜ਼ ਤੇ ਜਿਹੜੇ ਉਹ ਚਾਹ ਪਾਣੀ ਦਿੰਦੇ ਤੁਹਾਨੂੰ, ਉਹ ਕਹਿੰਦਾ ਯਾਰ ਮੂੰਹ ਤੇ ਮੁਸਕਾਨ ਲਿਆ ਲਿਆ ਕੇ ਮੂੰਹ ਥੱਕ ਗਿਆ। ਮੈਂ ਕਿਹਾ ਤੂੰ ਲਿਆਂਦਾ ਕਿਉਂ ਆ? ਕਹਿੰਦਾ ਉਹ ਸਾਡੀ ਡਿਊਟੀ ਆ, ਸਾਨੂੰ ਦੱਸਿਆ ਵੀ ਸਾਰਿਆਂ ਨੂੰ ਮੁਸਕਾਨ ਦੇ ਨਾਲ, ਸਮਾਈਲ ਦੇ ਨਾਲ ਖਾਣਾ ਪੀਣਾ ਦੇਣਾ, ਸਾਡੀ ਜੋਬ ਹੈ। ਪੈਸੇ ਖਾਤਰ ਹੱਸਣਾ ਪੈਂਦਾ, ਮੁਸਕਾਣਾ ਪੈਂਦਾ। ਉਹ ਸਹਿਜ ਅਵਸਥਾ ਨਹੀਂ ਸਾਧ ਸੰਗਤ ਜੀ। ਸਹਿਜ ਦੀ ਅਵਸਥਾ ਉਹ ਹੈ ਜਦੋਂ ਹਿਰਦੇ ਦੇ ਵਿੱਚੋਂ ਮੁਸਕਾਨ ਨਿਕਲੇ। ਮੂੰਹ ਭਾਵੇਂ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ, ਮੂੰਹੋਂ ਇੰਨੀ ਮਿਠਾਸ ਨਹੀਂ, ਪਰ ਹਿਰਦੇ 'ਚ ਬਹੁਤ ਮਿਠਾਸ ਹੈ। ਉਹ ਪ੍ਰਵਾਨ ਨੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਕਈ ਵਾਰੀ ਕਹਿੰਦੇ ਆ ਕਥਾਕਾਰ ਭਾਈ ਬਾਣੀ ਬੜੀ ਸ਼ੁੱਧ ਪੜ੍ਹਨੀ ਚਾਹੀਦੀ ਆ, ਇੱਕ ਅੱਖਰ ਵੀ ਤੁਸੀਂ ਗਲਤ ਬੋਲ ਦਿੱਤਾ ਤੇ ਬੜੀ ਸਜ਼ਾ ਮਿਲਣੀ। ਪਰ ਗੁਰਬਾਣੀ ਇਸ ਤੋਂ ਉਲਟ ਕਹਿੰਦੀ ਹੈ। ਕਹਿੰਦੇ ਗੁਰਮੁਖਾ ਕੋਸ਼ਿਸ਼ ਕਰ ਵੀ ਸ਼ੁੱਧ ਬੋਲ, ਪਰ ਜੇ ਤੇਰੇ ਕੋਲੋਂ ਗਲਤ ਬੋਲਿਆ ਵੀ ਗਿਆ, ਤੇਰੇ ਮਨ ਦੀ ਭਾਵਨਾ ਪਿਆਰ ਭਰੀ ਆ, ਤੂੰ ਪ੍ਰਵਾਨ ਆ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ, ਵਾਹਿਗੁਰੂ ਉਹਨਾਂ ਨੂੰ ਜਾਣਦਾ ਵੀ ਖਰੇ ਨੇ, ਸ਼ੁੱਧ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਹਨ। ਅੰਧੇ ਨ ਜਾਗੈ ਨਾ ਸਵੈ, ਜਾਗਤ ਰਹਿਣ ਵਿਹਾਣੀ। ਇਹੋ ਜਿਹੇ ਗੁਰਮੁਖ ਪਿਆਰੇ, ਇਹੋ ਜਿਹੇ ਭਗਤ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਸਲਾਹ ਹੈ, ਉਸਤਤ ਹੈ, ਉਹ ਦਿਨ ਤੇ ਰਾਤ ਜਾਗਦੇ ਰਹਿੰਦੇ ਨੇ। ਭਾਵ ਕਦੀ ਵੀ ਮਾਇਆ ਦਾ ਅਟੈਕ ਹੋ ਜੇ, ਹਮਲਾ ਬੋਲਦੇ ਮਾਇਆ, ਐ ਢਾਲ ਦੇ ਨਾਲ ਰੋਕ ਦਿੰਦੇ ਨੇ। ਸਾਧ ਸੰਗਤ ਜੀ ਇੱਕ ਗੁਰਮੁਖ ਪਿਆਰਿਆਂ ਦੇ ਨਾਲ ਮੇਲ ਹੋਇਆ। ਉਹ ਕਹਿੰਦਾ ਵੀ ਦਿਨ ਦੇ ਅਖੀਰ ਦੇ ਵਿੱਚ ਮੈਂ ਬਹਿ ਕੇ ਸੋਚਦਾ ਵੀ ਅੱਜ ਦੇ ਦਿਨ ਮੈਂ ਕੀਤਾ ਕੀ ਸੀ। ਜਦੋਂ ਮੈਂ ਗੱਲਬਾਤ ਕੀਤੀ, ਕਿਸੇ ਨਾਲ ਵਿਹਾਰ ਕੀਤਾ, ਸਾਰਾ ਸੋਚ ਕੇ ਵੀ ਇਹ ਜੋ ਮੈਂ ਕੀਤਾ ਅੱਜ ਗੁਰੂ ਦੇ ਆਸ਼ੇ ਅਨੁਸਾਰ ਸੀ ਜਾਂ ਨਹੀਂ ਸੀ। ਫਿਰ ਜਿਹੜੀ ਗੱਲ ਗੁਰੂ ਦੇ ਆਸ਼ੇ ਅਨੁਸਾਰ ਨਹੀਂ ਹੁੰਦੀ, ਫਿਰ ਮੈਂ ਕੋਸ਼ਿਸ਼ ਕਰਦਾ ਵੀ ਅਗਲੇ ਦਿਨ ਮੈਂ ਉਹਨੂੰ ਠੀਕ ਕਰਾਂ। ਇਹਦਾ ਮਤਲਬ ਵੀ ਦਿਨ ਤੇ ਰਾਤ ਉਹ ਗੁਰਮੁਖ ਪਿਆਰੇ ਜਾਗਦੇ ਰਹਿੰਦੇ ਨੇ, ਗੁਰੂ ਦੀ ਬਾਣੀ ਦੇ ਨਾਲ ਆਪਣੇ ਵਿਵਹਾਰ ਨੂੰ, ਆਪਣੀ ਸੋਚਣੀ ਨੂੰ, ਆਪਣੀ ਕਰਨੀ ਨੂੰ ਤੋਲਦੇ ਆ। ਇਹਨੂੰ ਕਹਿੰਦੇ ਦਿਨ ਰਾਤ ਜਾਗਦੇ ਰਹਿਣਾ। ਤੇ ਮਨ ਜਿਹੜਾ ਇੱਕ ਦਿਨ ਵਾਹਿਗੁਰੂ ਨਾਲ ਜੁੜ ਜਾਂਦਾ, ਦਿਨ ਤੇ ਰਾਤ ਮਨ ਜਾਗਦਾ ਰਹਿੰਦਾ। ਕਿਉਂ? ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੈ। ਉਠਤ ਬੈਠਤ ਸੋਵਤ ਨਾਮ, ਕੋ ਨਾਨਕ ਜਨ ਕੈ ਸਦ ਕਾਮ। ਇੱਕ ਛੋਟੀ ਜਿਹੀ ਉਦਾਹਰਨ, ਇੱਕ ਬੜਾ ਵੱਡਾ ਵਪਾਰੀ ਸੀ, ਉਹਦਾ ਨਾਂ ਸੀ ਗੰਗੂ ਸ਼ਾਹ। ਲਾਹੌਰ ਦੇ ਵਿੱਚ ਉਹਦਾ ਬਿਜ਼ਨਸ ਠੱਪ ਹੋ ਗਿਆ। ਆ ਗਿਆ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ, ਕਹਿੰਦਾ ਮਹਾਰਾਜ ਕਿਰਪਾ ਕਰੋ, ਬਿਜ਼ਨਸ ਠੱਪ ਹੋ ਗਿਆ। ਮਹਾਰਾਜ ਨੇ ਕਿਹਾ ਭਾਈ ਗੰਗੂ ਸ਼ਾਹ ਸੇਵਾ ਕਰ,
कुछ समा सेवा की ते सतगुਰਾਂ ने उपदेश दिता भी वाहिगुरू का नाम अपने हिरदे विच रखी, जो भी कोई गरीब होए उहदा भला करना, हमेशा बरकत बनी रहेगी। गंगू शाह नूं हुक्म किया महाराज ने भी तुसीं जाके दिल्ली उत्थे अपना बिजनेस शुरू करो, भी किसी नूं पैसे की लोड़ होए उधार दिओ, फिर वो जिहड़ा बंदा तुहानूं पैसे वापस दे देगा ब्याज समेत। पर महाराज कहते हैं भई जे कोई गरीब होए तुहानूं पैसे परत के ना दे सके उन्होंने भी दान दे देना। देखो किदां वाहो वाहो करनी है। आखां जीवां विसरे मर जाओ, आखण औखा साचा ना। हुण गुरु महाराज दे कोल गुरसिख आया ते कहंदा मैं अपनी लड़की का विआह करना, मैनूं पैसिਆਂ की लोड़। सो सतगुਰਾਂ ने एक हुंडी लिख के, चैक लिख के दिल्ली भेजिया गुरसिख नूं भी जाके गंगू शाह नूं यह हुंडी दिखा दी, यह चैक दिखा दी ते तैनूं पैसे दे देगा। पर गुरु महाराज नूं पता सी भी भाणा की वापरना। जदों गुरसिख पहुंचिया तो गंगू शाह कहंदा भाई इनू पैसे देने चाहिए आ, गुरु का उपदेश आ। फिर साध संगत जी साडे मन दे विच द्वैत है, वो मन का दूजा हिस्सा कहे भी अज जे तू दे दिता कल गुरु महाराज कोई होर भेज देणगे, गंगू शाह फिर सड़क ते आ जाऊगा। इनू कहंदे कई भी डैवल बैठा, डैवल। वो डैवल कोई नहीं, मन दे विच जिहड़ी दुविधा दुचित्तापन है जिन्हों कहते हैं द्वैत भाव, उही डैवल आ। वो जदों मन दे विच विचार आया तो उन्हें कहा भाई ऐदां भी मेरे को अज पैसे नहीं है, फिर उन्होंने मोड़ दिता। वो गुरसिख नूं पता लग गया भी इत्थों पैसे नहीं मिलने, वो वापस गया गोइंदवाल साहब। साध संगत जी एक हफ्ते के अंदर अंदर गंगू शाह का बिजनेस फिर ठप हो गया। देखो सतगुरु साडे ते किन्नियां बख्शिशां करदे आ भाई किद्दां नाम जपना, किद्दां जीवन जीवना, किद्दां वाहो वाहो करनी आ, फिर असीं भुल जांदे आ। फिर आ गया गंगू शाह फिर दोबारा गोइंदवाल साहब ते हुण इन्ना शर्मिंदा भी लंगर दे विच सेवा करदा, दूरों ही नमस्कार करदा भी गुरु महाराज पुछ ना लैण भी जिहड़े गुरसिख नूं भेजिया सी उहदी सेवा नहीं कीती, पैसे नहीं दिते भाई। पर गुरु महाराज ने आप बुला के गंगू शाह नूं फिर निवाजिया। खैर आखां जीवां विसरै मर जाओ, आखण औखा साचा नाओ। सो गुरु महाराज फरमांदे हन भाई गुरु की मत लैके अंदर जिहड़ा हर रस है उहनूं ओहदा आनंद मान सकदा तूं। गुरमति हर रस चाखिया से पुन प्राणी, बिन गुर किने ना पायो पच मूए अजानी। साडे शरीर दे विच रस पाया अकाल पुरख वाहिगुरू ने, भाव अकाल पुरख वाहिगुरू दी अंदर होंद है। उस रस नूं माणन वास्ते गुरु की मत लैनी पैनी है। जिहड़े नहीं लैंदे ने वो महाराज कहंदे ने खप खप के मरदे ने। पच मूए, पच मैंने खपना ते मूए मैंने मर जाना, अजानी मैंने अज्ञान लोग। सो गुरु महाराज कृपा करन, जेड़े गुरमुख प्यारे जेड़े भगत उन्हां दे मन की अवस्था बन जाती है, जियो निर्मल बाहरों निर्मल, सतगुर ते करनी कमाणी, वो प्रवान होंदे ने। गुरु महाराज आप जी का दिन असीसां भरिया होए। गुरु महाराज की बाणी पढ़ के आप जीवन सफला करो। कुछ समा प्यार दे नाल अंग्रेजी दे विच विचार श्रवण करना जी। टुडेज हुक्मनामा इज फ्रॉम सचखंड श्री हरमंदर साहब। धन धन गुरु अमरदास जी महाराज, the third emperor, the third Satguru, third embodiment of Dhan Dhan Guru Nanak Dev Ji Maharaj, reveals in today's Hukamnama, Vaho Vaho Sejan Sada Kara,
जिनको आपे दे बुझाए। वाहो वाहो करत्या मन निर्मल होवै, होमै विचों जाए। वाहो वाहो, वाहो means wonderstruck, to praise, to glorify. Those who glorify the Almighty Creator, the wall of ego within their mind will be demolished. And those humble beings will become nirmal, immaculate, pure. For only those people can praise Almighty Lord, whom Vaheguru, the Creator, blesses the understanding. Without the understanding, saying Vaheguru, reciting Vaheguru means nothing. I met a Singh yesterday. He said, I'm 70-year-old now. I worked very hard when I came to England. Worked very hard. I did not have time to study Bani of Guru Granth Sahib Maharaj. And I lacked that wisdom all my life. Although I would chant Gurbani, although I will recite Gurbani, chant Gur Mantar, Vaheguru, but I could not advance. This understanding, how we ought to say Vaheguru, how we ought to recite Gurbani, what the effect of reciting and chanting is, this understanding comes from Satguru. So Guru Maharaj in the Pauri Shabad reveals, Harjiyo Sacha Sach hai Sachi Gurbani. Guru's Bani is ultimate truth. Through the Gurbani, one can realize what the truth is. There are so many practices acceptable in the society. But Dhan Dhan Shri Guru Granth Sahib's Bani or Vaheguru, our Creator, doesn't accept those practices. That is why Guru Maharaj had to say in the Bani, Bhagataਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ. Jod means same thinking. A true devotee and a worldly person, they won't have same thinking. They can't live together because their frame of mind is absolutely different. Bhagataਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ. Reason being, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖੰਗ ਮਾਰ ਚਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ. A person who has recognized the truth, who knows the rules of Almighty Lord, how to lead this life, will never have the greed, lab, lob, ahankar, the pride, trishna, the hunger for material won't be there for a Bhagat. Bhagat never talks too much. Bahut nahi bolna. No, we say, who is Gurmukh? Who is a true Gurmukh? A Gurmukh person speaks only what is necessary. That's why this path is so difficult. Khaneo tekhi walo neki et marak jana. This path is so difficult that it is like walking on the double-edged sword or walking on a very narrow path which has the thickness of a hair. Walo, wal mane hair. Walo niki, khaneo tekhi et marak jana.
So Sat Sangat ji, this is the path. That's why Guru Maharaj says in the Bani, Akhan jiva visray mar jao, akhan okha sacha nao. To say the true name is so difficult. There's a beautiful Sakhi of Tan Guru Amar Das Ji's time. There was a trader who used to lend money. He was a banker in Lahore. His name was Gangu Shah. One day he became bankrupt. He came to Tan Guru Amar Das Ji Maharaj. Guru Amar Das Ji Maharaj asked him to attend the Sangat, do Naam Simran, do Seva of the Sangat. He became so peaceful. But he asked Guru Maharaj for a flourishing business. And Guru Maharaj this time asked him to go and start the business in Delhi. So Gangu Shah, his business flourished in Delhi. With time, a Gursikh came to Guru Amar Das Ji Maharaj and said, Guru Maharaj, I need some money because I want to get my daughter married. Guru Amar Das Ji Maharaj wanted to test Gangu Shah whether he is praising Vaheguru in true manner. When this Gursikh went to Delhi, asked for money from Gangu Shah, in first instance, he remembered Guru's teaching that help the needy. Doing business is fine. If a person can't return the money, help them. Give them more time to return the money. Gangu Shah decided to give that Gursikh money, but then there is a second part of the mind. That's called duality. Second part of the mind said to Gangu, if you give money today, you have to give money to other Gursikhs. Guru Maharaj might send someone else. I'll be bankrupt again. Gangu Shah forgot the blessing of Tan Guru Amar Das Ji Maharaj. That it was because of Guru Amar Das Ji Maharaj his business was running. So, because of the duality, although he was bowing to Guru Maharaj, but he was not practicing. He was not truly saying Vaho from his mind. So Guru Maharaj reveals, you have to say Vaho from your mouth, more importantly, from your mouth. Your action should reflect Vaho. Amazing. Vaheguru, you are wonderful. Everything I have, I possess, is given by you. Gangu Shah refused to give the money, and Sat Sangat Ji, within weeks, he became bankrupt again. And then he comes back to Tan Guru Amar Das Ji Maharaj, asks for forgiveness. And Guru Maharaj has the nature of forgiveness, forgives Gangu Shah and establishes him again. So this is Hukamnama. Those people who praise Vaheguru from their mind, from their heart, through their action, they become liberated and acceptable by Vaheguru. They enjoy the nectar of Vaheguru within their body, they become absolutely pure. So have a great day. Pyar na Fateh Sanji Karni ji. Vaheguru ji ka Khalsa, Vaheguru ji ki Fateh.